going to give you a summary of the chapter number 6 poets and pancakes। ਇਹ ਚੈਪਟਰ ਆ, ਚੈਪਟਰ ਦੇ ਵਿੱਚ ਪੋਇਟਸ ਦੀ ਗੱਲ ਹੋਈ ਆ ਅਤੇ ਪੈਨਕੇਕਸ ਦੀ ਗੱਲ ਹੋਈ ਆ। ਪੈਨਕੇਕ ਦਾ ਮਤਲਬ ਆ ਇੱਥੇ ਉਹ ਵਾਲਾ ਮਟੀਰੀਅਲ ਜਿਹੜਾ ਕਿ ਜਿਵੇਂ ਫੇਸ ਪਾਊਡਰ ਹੋ ਗਿਆ, ਫੇਸ 'ਤੇ ਅਪਲਾਈ ਕਰਨ ਵਾਲਾ ਜਿਹੜਾ ਮੇਕਅਪ ਆਰਟਿਸਟ ਯੂਜ਼ ਕਰਦੇ ਆ, ਉਹਨਾਂ ਨੂੰ ਕਿਹਾ ਗਿਆ ਪੈਨਕੇਕਸ। ਚੈਪਟਰ ਦੀ ਸਮਰੀ ਦੇ ਵਿੱਚ ਫਸਟ ਪੁਆਇੰਟ ਆ ਦ ਜੈਮਨਾਈ ਸਟੂਡੀਓ ਓਨਡ ਬਾਈ SS ਵਾਟਸਨ। ਜੈਮਨਾਈ ਸਟੂਡੀਓ ਆ ਜਿਹੜਾ ਉਹਦੇ ਓਨਰ ਨੇ SS ਵਾਟਸਨ ਨੇ, was one of the most influential film production organization of India in the early years of Indian film making industry ਦੇ ਵਿੱਚ, ਜਿਨ੍ਹਾਂ ਦਾ ਬਹੁਤ ਜ਼ਿਆਦਾ ਫੇਮਸ ਨੇ, ਉਹ ਬਹੁਤ ਜ਼ਿਆਦਾ ਨਾਂ ਚੱਲਦਾ ਉਹਨਾਂ ਦਾ। ਜਦੋਂ ਫਿਲਮ ਮੇਕਿੰਗ ਹੁੰਦੀ ਸੀ, ਫਿਲਮ ਮੇਕਿੰਗ ਇੰਡਸਟਰੀ ਦੇ ਵਿੱਚ ਅਰਲੀ ਈਅਰਸ ਦਾ ਮਤਲਬ ਹੁੰਦਾ ਕਾਫੀ ਟਾਈਮ ਪਹਿਲਾਂ ਦੀ ਗੱਲ ਆ, ਪੁਰਾਣੇ ਸਮੇਂ ਦੀ ਗੱਲ ਆ। ਉਸ ਟਾਈਮ ਜਿਹੜੀ ਫਿਲਮ ਮੇਕਿੰਗ ਹੁੰਦੀ ਸੀ ਉਹ ਪਹਿਲਾਂ ਤਾਂ, ਹੁਣ ਤਾਂ ਜਿਵੇਂ ਆਊਟਡੋਰਸ ਫਿਲਮਸ ਵਗੈਰਾ ਬਣਦੀਆਂ ਨੇ, ਬਾਹਰ ਸ਼ੂਟਿੰਗ ਵਗੈਰਾ ਹੁੰਦੀ ਆ, ਪਰ ਪਹਿਲਾਂ ਜਿਹੜੇ ਸੀ ਸਟੂਡੀਓਜ਼ ਦੇ ਵਿੱਚ ਹੀ ਸੈੱਟ ਵਗੈਰਾ ਲਗਾਏ ਜਾਂਦੇ ਸੀ, ਉੱਥੇ ਹੀ ਸ਼ੂਟਿੰਗ ਵਗੈਰਾ ਹੁੰਦੀ ਸੀ। ਜੈਮਨਾਈ ਸਟੂਡੀਓ ਆ ਜਿਹੜਾ ਉਹ ਚੇਨਈ ਦੇ ਵਿੱਚ ਸੀਗਾ ਅਤੇ ਬਹੁਤ ਜ਼ਿਆਦਾ ਫੇਮਸ ਸਟੂਡੀਓ ਸੀਗਾ। ਤਾਮਿਲ ਦੀਆਂ ਬਹੁਤ ਸਾਰੀਆਂ ਫਿਲਮਸ ਨੇ ਜਿਹੜੀਆਂ ਉੱਥੇ ਬਣਦੀਆਂ ਸੀਗੀਆਂ, ਅਤੇ ਹੋਰ ਵੀ ਕਾਫੀ ਹਿੰਦੀ ਫਿਲਮਸ ਵਗੈਰਾ ਜਿਹੜੀਆਂ ਉੱਥੇ ਬਹੁਤ ਸਾਰੇ ਡਰਾਮਾਸ, ਪਲੇਜ਼ ਵਗੈਰਾ ਉੱਥੇ ਸ਼ੂਟ ਹੁੰਦੇ ਸੀਗੇ। ਉੱਥੇ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗਾ ਦਾ ਮੇਕਅਪ ਡਿਪਾਰਟਮੈਂਟ ਆਫ ਸਟੂਡੀਓ ਲੁੱਕ ਲਾਈਕ ਆ ਹੇਅਰ ਕਟਿੰਗ ਸੈਲੂਨ। ਉੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਡਿਪਾਰਟਮੈਂਟ ਜਿਹੜਾ ਮੰਨਿਆ ਜਾਂਦਾ ਸੀ ਉਹ ਮੇਕਅਪ ਡਿਪਾਰਟਮੈਂਟ ਸੀਗਾ। ਮੇਕਅਪ ਡਿਪਾਰਟਮੈਂਟ ਇੱਦਾਂ ਸੀਗਾ ਵੀ ਜਿਹੜੇ ਮੇਕਅਪ ਆਰਟਿਸਟ ਸੀਗੇ ਉਹ ਬਹੁਤ ਜ਼ਿਆਦਾ ਮਤਲਬ ਕਿ ਕ੍ਰੀਏਟਿਵ ਸੀਗੇ ਕਿਸੇ ਦੀ ਲੁੱਕ ਨੂੰ ਚੇਂਜ ਕਰਨ ਦੇ ਵਿੱਚ। ਸਟੂਡੀਓਜ਼ ਲੁੱਕ ਲਾਈਕ ਦਾ ਹੇਅਰ ਕਟਿੰਗ ਸੈਲੂਨ ਵਾਂਗੂ ਲੱਗਦਾ ਸੀਗਾ ਉਹਨਾਂ ਦਾ ਜਿਹੜਾ ਮੇਕਅਪ ਡਿਪਾਰਟਮੈਂਟ ਸੀ, ਜਿਹੜਾ ਕਿ ਸਟੂਡੀਓ ਦੇ ਅਪਸਟੇਅਰ ਦੇ ਵਿੱਚ ਜਾ ਕੇ ਸੀ, ਪੌੜੀਆਂ ਉੱਪਰ ਜਾ ਕੇ। ਹੈਡ ਲਾਈਟਸ ਐਟ ਆਲ ਐਂਗਲਸ, ਅਤੇ ਉਹਦੇ ਸਾਰੇ ਆਲੇ ਦੁਆਲੇ ਮਿਰਰ, ਵੱਡੇ ਵੱਡੇ ਮਿਰਰ ਲੱਗੇ ਹੁੰਦੇ ਸੀ, ਆਲੇ ਦੁਆਲੇ ਲਾਈਟਸ ਲੱਗੀਆਂ ਹੁੰਦੀਆਂ ਸੀ ਵਾਈਟ ਕਲਰ ਦੀਆਂ। ਬਹੁਤ ਜ਼ਿਆਦਾ ਉਹਨਾਂ ਦੀ ਤੇਜ਼ ਰੌਸ਼ਨੀ ਹੁੰਦੀ ਸੀ, ਇਨਕ੍ਰੀਜ਼ੈਂਟ ਲਾਈਟ, ਉਹ ਉਹਨਾਂ ਦੀ ਬਹੁਤ ਤੇਜ਼ ਲਾਈਟ ਹੁੰਦੀ ਸੀ ਜਿਹੜੀ ਕਿ ਮਤਲਬ ਕਿ ਬਹੁਤ ਜ਼ਿਆਦਾ ਹੌਟ ਇਫੈਕਟ ਦਿੰਦੀ ਸੀਗੀ। ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਉਹ ਰੂਮਸ ਦੇ ਵਿੱਚ। ਆਰਟਿਸਟ ਵਾਜ਼ ਸਬਜੈਕਟਡ ਟੂ ਮਿਜ਼ਰੀ। ਆਰਟਿਸਟ ਜਿਹੜੇ ਵਿਚਾਰੇ ਹੁੰਦੇ ਸੀ ਉਹਨਾਂ ਲਈ ਇਹ ਬਹੁਤ ਜ਼ਿਆਦਾ ਮਤਲਬ ਕਿ ਦੁੱਖ ਦੇਣ ਵਾਲਾ ਹੁੰਦਾ ਸੀਗਾ। ਵਾਈਲ ਐਪਲੀਕੇਸ਼ਨ ਆਫ ਦਾ ਮੇਕਅਪ, ਜਦੋਂ ਉਹਨਾਂ ਦੇ ਫੇਸ ਦੇ ਉੱਤੇ ਮੇਕਅਪ ਲਗਾ ਰਹੇ ਹੁੰਦੇ ਸੀਗੇ ਵੀ ਬਹੁਤ ਔਖਾ ਹੁੰਦਾ ਸੀ ਆਰਟਿਸਟ ਦੇ ਲਈ ਉਹ ਗਰਮੀ ਵਾਲੇ ਰੂਮ ਦੇ ਵਿੱਚ ਬੈਠਣਾ। ਦਾ ਮੇਕਅਪ ਡਿਪਾਰਟਮੈਂਟ ਕੰਸਿਸਟਿੰਗ ਆਫ ਪੀਪਲ ਫਰੋਮ, ਜਿਹੜੇ ਮੇਕਅਪ ਡਿਪਾਰਟਮੈਂਟ ਦੇ ਵਿੱਚ ਉੱਥੋਂ ਲੋਕ ਹੁੰਦੇ ਸੀਗੇ ਉਹ ਅਲੱਗ-ਅਲੱਗ ਡਿਫਰੈਂਟ ਕੰਟਰੀ ਦੇ ਵਿੱਚੋਂ ਹੁੰਦੇ ਸੀ। ਵਾਜ਼ ਅ ਯੂਨੀਕ ਐਗਜ਼ਾਮਪਲ ਆਫ ਨੈਸ਼ਨਲ ਇੰਟੀਗ੍ਰੇਸ਼ਨ ਦੀ ਸਾਨੂੰ ਐਗਜ਼ਾਮਪਲ ਦਿੰਦੇ ਆ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਆਪਾਂ ਭਾਰਤੀਆਂ, ਭਾਵੇਂ ਜਿਵੇਂ ਮਤਲਬ ਕਿ ਆਪਣਾ ਸਾਰੇ ਸਟੇਟਸ ਦੇ ਲੋਕ ਨੇ, ਉਹਨਾਂ ਦਾ ਕਲਚਰ ਅਲੱਗ ਆ, ਡਿਫਰੈਂਟ ਉਹਨਾਂ ਦਾ ਖਾਣਾ ਪਹਿਰਾਵਾ ਵੀ ਇੱਦਾਂ ਨੈਸ਼ਨਲ, ਉਹ ਹੋ ਗਿਆ ਨੈਸ਼ਨਲ ਇੰਟੀਗ੍ਰੇਸ਼ਨ। ਸਟ੍ਰਿਕਟ ਹਰਾਚੀ ਵਾਜ਼ ਮੇਨਟੇਨਡ ਇਨ ਦਾ ਮੇਕਅਪ ਡਿਪਾਰਟਮੈਂਟ। ਸਟ੍ਰਿਕਟ ਹਰਾਚੀ ਦਾ ਮਤਲਬ ਹੁੰਦਾ ਜਿਹੜੇ ਰੂਲ ਰੈਗੂਲੇਸ਼ਨ ਜਿਹੜੇ ਹੁੰਦੇ ਸੀ ਮੇਕਅਪ ਡਿਪਾਰਟਮੈਂਟ ਦੇ ਬਹੁਤ ਜ਼ਿਆਦਾ ਸਟ੍ਰਿਕਟ ਹੁੰਦੇ ਸੀਗੇ। ਵੀ ਉਹ ਸਟ੍ਰਿਕਟ ਐਵੇਂ ਹੁੰਦੇ ਸੀਗੇ ਵੀ ਜਿਹੜਾ ਚੀਫ ਮੇਕਅਪ ਆਰਟਿਸਟ ਹੁੰਦਾ ਸੀ ਉਹ ਐਕਟਰ ਐਕਟਰੈਸ ਦੇ ਜਿਹੜੇ ਮੇਕਅਪ ਵਗੈਰਾ ਕਰਦਾ ਸੀਗਾ, ਅਤੇ ਜਿਹੜੇ ਲੋ ਹੁੰਦੇ ਸੀਗੇ ਜਿਨ੍ਹਾਂ ਦੇ ਮਤਲਬ ਕਿ ਰੈਂਕ ਵਗੈਰਾ ਲੋ ਹੁੰਦੇ ਸੀ ਆਰਟਿਸਟ ਦੇ, ਉਹ ਬਾਕੀ ਜਿਵੇਂ ਕਰਾਊਡ ਹੋ ਗਿਆ, ਵਿਲਨ ਹੋ ਗਿਆ, ਹੋਰ ਜਿਹੜੇ ਹੋਰ ਵੀ ਆਰਟਿਸਟ ਵਗੈਰਾ ਹੁੰਦੇ ਸੀ ਉਹਦੇ ਵਿੱਚ ਕੰਮ ਕਰਦੇ, ਐਕਟਰ ਐਕਟਰੈਸ ਕੋ ਐਕਟਰੈਸ ਹੁੰਦੇ ਸੀ, ਉਹਨਾਂ ਦੇ ਮੇਕਅਪ ਕਰਦੇ ਹੁੰਦੇ ਸੀਗੇ। ਨਰੇਟਰ ਵਰਕਡ ਇਨ ਅ ਕਿਊਬੀਕਲ ਟੀਅਰਿੰਗ ਨਿਊਜ਼ਪੇਪਰ। ਨਰੇਟਰ ਆ ਜਿਹੜਾ ਆਪਾਂ ਨੂੰ ਕਹਾਣੀ ਸੁਣਾਉਂਦਾ, ਇਹ ਸਾਰੀ ਇਹਦੀ ਮਤਲਬ ਕਿ ਉੱਥੋਂ ਦੇ ਜੈਮਨਾਈ ਸਟੂਡੀਓ ਦੇ ਵਿੱਚ ਉਹ ਉੱਥੇ ਕੰਮ ਕਰ ਰਿਹਾ ਵਾ। ਕਿਹੜਾ ਕੰਮ ਕਰ ਰਿਹਾ? ਟੀਅਰਿੰਗ ਨਿਊਜ਼ਪੇਪਰ ਦੀਆਂ ਕਟਿੰਗ ਕਰ ਰਿਹਾ ਉਹ ਉੱਥੇ। ਥੋਟ ਹੀ ਵਾਜ਼ ਫਰੀ, ਉਹ ਸੋਚਦਾ ਵੀ ਉਹ ਫਰੀ ਆ। ਪੀਪਲ ਬਾਰਗੇਡ ਇਨ ਆਲਵੇਜ਼, ਵੀ ਮਤਲਬ ਕਿ ਹਰ ਵਕਤ ਲੋਕਾਂ ਨੂੰ ਦੇਖਦਾ ਰਹਿੰਦਾ ਵੀ ਲੋਕ ਉੱਥੇ ਕੀ ਕਰਦੇ ਆ। ਕੋਠਾ ਮੰਗਲਮ ਸਾਬੂ, ਉੱਥੇ ਇੱਕ ਕਰੈਕਟਰ ਆ, ਮੇਨ ਕਰੈਕਟਰ ਆ ਇਹ ਚੈਪਟਰ ਦਾ, ਸਾਬੂ ਜਿਹਨੂੰ ਕਿਹਾ ਗਿਆ ਨੰਬਰ 2 ਐਟ ਦਾ ਜੈਮਨਾਈ ਸਟੂਡੀਓ ਦੇ ਵਿੱਚ ਕੰਮ ਕਰਦਾ। ਵਾਜ਼ ਆਲਵੇਜ਼ ਚੇਅਰਫੁਲ, ਹਮੇਸ਼ਾ ਖੁਸ਼ ਰਹਿੰਦਾ। ਟੇਲਰ ਮੇਡ ਫॉर ਫਿਲਮਸ, ਕਹਿੰਦੇ ਵੀ ਫਿਲਮ ਦੇ ਲਈ ਉਹ ਮੇਨ ਰੋਲ ਪਲੇ ਕਰਦਾ, ਵੀ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਰਕ ਆ ਉਹਦੇ ਥਰੂ ਕੀਤਾ ਜਾਂਦਾ ਆ। ਬੈਕਗਰਾਊਂਡ ਜਿਵੇਂ ਕਹਿ ਦਈਏ, ਬਹੁਤ ਸਾਰੇ ਬੈਕਗਰਾਊਂਡ ਡਾਇਰੈਕਸ਼ਨ ਵਗੈਰਾ ਦਾ ਕੰਮ ਹੋ ਗਿਆ, ਵੀ ਸਾਰੇ ਕੰਮ ਉਹ ਸੰਭਾਲ ਲੈਂਦਾ ਆ ਫਿਲਮ ਮੇਕਿੰਗ 'ਤੇ। ਇੰਡੋਰਡ ਵਿਦ ਅ ਗ੍ਰੇਟ ਕ੍ਰੀਏਟੀਵਿਟੀ, ਬਹੁਤ ਜ਼ਿਆਦਾ ਕ੍ਰੀਏਟੀਵਿਟੀ ਆ ਉਹਦੇ ਅੰਦਰ। ਚੈਰੀਟੇਬਲ ਹੈਡ ਯੈਟ ਹੈਡ ਐਨਮੀ, ਪਰ ਫਿਰ ਵੀ ਉਹਦੇ ਐਨਮੀਜ਼, ਲੋਕਾਂ ਦੀ ਹੈਲਪ ਬਹੁਤ ਕਰਦਾ, ਪਰ ਫਿਰ ਵੀ ਉਹਦੇ ਬਹੁਤ ਸਾਰੇ ਦੁਸ਼ਮਣ ਨੇ ਉੱਥੇ। ਹੀ ਵਾਜ਼ ਅ ਲੋਇਲ, ਆਪਦੇ ਪ੍ਰੋਫੈਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਇਮਾਨਦਾਰ ਆ, ਫੇਥਫੁੱਲ ਆ, ਵੈਰੀ ਕਲੋਜ਼ ਟੂ ਆਪਣੇ ਬੌਸ ਦੇ, ਬਹੁਤ ਜ਼ਿਆਦਾ ਕਲੋਜ਼ ਆ ਉਹ ਬੌਸ। ਜਿਵੇਂ ਵਾਟਸਨ ਦੀ ਗੱਲ ਕੀਤੀ ਆ, ਉਹਦਾ ਬੌਸ ਆ ਉਹ। ਹੀ ਕੁਡ ਆਫਰ ਵੇਰੀਅਸ ਅਲਟਰਨੇਟਿਵ ਫॉर ਹਾਊ ਅ ਸੀਨ ਕੁਡ ਬੀ ਇਨਵੈਂਟਡ, ਕਹਿੰਦੇ ਹਮੇਸ਼ਾ ਫਟਾਫਟ ਇਹੋ ਜਿਹੀਆਂ ਚੀਜ਼ਾਂ ਲੱਭਦਾ ਰਹਿੰਦਾ ਵੀ ਜਿਹੜਾ ਸੀਨ ਆ ਉਹ ਕਿਵੇਂ ਬਣਾਇਆ, ਕਿ ਕ੍ਰੀਏਟ ਕੀਤਾ ਜਾਵੇ ਨਵੇਂ ਤਰੀਕੇ ਦੇ ਨਾਲ। ਸਬੂ ਇਨਫੈਕਟ ਗੇਵ ਡਾਇਰੈਕਸ਼ਨ ਟੂ ਦਾ ਜੈਮਨਾਈ ਸਟੂਡੀਓ ਡਿਊਰਿੰਗ ਦਾ ਗੋਲਡਨ ਈਅਰਸ, ਜਦੋਂ ਨਾ ਜੈਮਨਾਈ ਸਟੂਡੀਓ ਦਾ ਬਹੁਤ ਵਧੀਆ ਪੀਰੀਅਡ ਚੱਲ ਰਿਹਾ ਸੀ ਉਸ ਸਮੇਂ, ਮਤਲਬ ਕਿ ਡਾਇਰੈਕਸ਼ਨ
ਡਾਇਰੈਕਟਰ ਦੇ ਨਾਲ ਮਿਲ ਕੇ ਉਹ ਡਾਇਰੈਕਸ਼ਨ ਵਗੈਰਾ ਦੇ ਕੰਮ ਵੀ ਕਰਦਾ ਸੀ, ਭਾਵੇਂ ਉਹਦੀ ਪੋਸਟ ਜਿਹੜੀ ਸੀ ਉਹ ਛੋਟੀ ਸੀਗੀ। ਸਟੋਰੀ ਡਿਪਾਰਟਮੈਂਟ ਆਫ ਦਾ ਸਟੂਡੀਓਜ਼ ਕੰਪਰਾਈਜ਼ਿੰਗ ਆਫ ਅਲਾਇਰ, ਸਟੋਰੀ ਡਿਪਾਰਟਮੈਂਟ ਦੇ ਵਿੱਚ ਇੱਕ ਪਰਸਨ ਹੁੰਦਾ ਸੀ। ਪਹਿਲਾਂ ਤਾਂ ਆਪਾਂ ਗੱਲ ਕੀਤੀ ਸੀ ਮੇਕਅਪ ਡਿਪਾਰਟਮੈਂਟ ਦੀ, ਹੁਣ ਆਪਾਂ ਗੱਲ ਕਰਦੇ ਹਾਂ ਸਟੋਰੀ ਡਿਪਾਰਟਮੈਂਟ ਦੀ। ਸਟੋਰੀ ਡਿਪਾਰਟਮੈਂਟ ਦੇ ਵਿੱਚ ਸਟੂਡੀਓ ਦੇ ਵਿੱਚ ਇੱਕ ਲਾਇਰ ਹੁੰਦਾ ਸੀ, ਆਫੀਸ਼ੀਅਲੀ ਨੋਨ ਐਜ਼ ਅ ਲੀਗਲ ਐਡਵਾਈਜ਼ਰ। ਕਹਿੰਦੇ ਉਹਨੂੰ ਆਫੀਸ਼ੀਅਲੀ ਉਹ ਕਿਹਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ, ਲੀਗਲ ਕਾਨੂੰਨੀ ਸਲਾਹਕਾਰ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ, ਬਟ ਟਰੀਟਡ ਦਾ ਆਪੋਜ਼ਿਟ। ਪਰ ਉਹ ਬਿਹੇਵ ਕਿੱਦਾਂ ਕਰਦਾ ਸੀ, ਇਹਦੇ ਆਪੋਜ਼ਿਟ ਕਰਦਾ ਸੀ, ਵੀ ਇੱਧਰ ਉੱਧਰ ਦੇਖਦਾ ਰਹਿੰਦਾ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਵਨਸ ਹੀ ਬੌਟ ਅ ਸੈਡ ਐਂਡ ਟੂ ਦ ਕੈਰੀਅਰ ਆਫ ਬ੍ਰਿਲੀਅੰਟ ਐਂਡ ਪ੍ਰੋਮਿਸਿੰਗ ਯੰਗ ਐਕਟਰਸ। ਇੱਕ ਵਾਰ ਕੀ ਹੋਇਆ ਸੀਗਾ, ਉਹ ਇੱਕ ਯੰਗ ਐਕਟਰਸ ਸੀ, ਉਹਦੇ ਮਤਲਬ ਕਿ ਕਾਰਨ ਬਣਿਆ ਸੀ ਉਹਦੇ ਕੈਰੀਅਰ ਦੇ ਐਂਡ ਦਾ। ਕਿਵੇਂ ਬਣਿਆ ਸੀ ਉਹਦੀ ਸਟੋਰੀ ਤੁਹਾਨੂੰ ਛੋਟੀ ਜਿਹੀ ਬਰੀਫ ਜੀ ਕਰਕੇ ਦੱਸ ਦਿੰਦੀ ਹਾਂ। ਵੀ ਇੱਕ ਵਾਰ ਜਿਹੜੀ ਯੰਗ ਐਕਟਰਸ ਸੀਗੀ ਉਹ ਬਹੁਤ ਉੱਚੀ ਉੱਚੀ ਚਲਾਉਣ ਲੱਗ ਗਈ ਉਹਦੇ 'ਤੇ, ਡਾਇਰੈਕਟਰ ਦੇ ਉੱਤੇ। ਅਤੇ ਉਹ ਕੀ ਕਰਦਾ ਆ, ਜਿਹੜਾ ਉਹਨੂੰ ਬੁਰਾ ਲੱਗਦਾ ਆ, ਲਾਇਰ ਆ ਜਿਹੜਾ, ਉਹਨੂੰ ਬੁਰਾ ਲੱਗਦਾ ਵੀ ਕਿੱਦਾਂ ਚਲਾ ਰਹੀ ਹੈ। ਉਹ 'ਤੇ ਕੀ ਕਰਦਾ, ਉਹਦੀ ਰਿਕਾਰਡਿੰਗ ਕਰ ਲੈਂਦਾ ਅਤੇ ਫਿਰ ਬਾਅਦ 'ਚ ਉਹਨੂੰ ਦਿਖਾਉਂਦਾ ਜਿਹੜੀ ਉਹ ਐਕਟਰਸ ਆ ਉਹ ਬਹੁਤ ਜ਼ਿਆਦਾ ਸ਼ੇਮ ਫੀਲ ਕਰਦੀ ਆ ਅਤੇ ਫਿਰ ਕਦੇ ਵੀ ਜੈਮਨਾਈ ਸਟੂਡੀਓ ਦੇ ਵਿੱਚ ਨਹੀਂ ਆਉਂਦੀ। ਇਸ ਕਰਕੇ ਉਹ ਉਹਦੀ ਮਤਲਬ ਕਿ ਉਹਦੇ ਕਰੀਅਰ ਦੇ ਐਂਡ ਦਾ ਕਾਰਨ ਬਣਿਆ ਸੀਗਾ ਲਾਇਰ ਆ ਜਿਹੜਾ। ਸਟੋਰੀ ਡਿਪਾਰਟਮੈਂਟ ਵਾਊਂਡ ਅਪ ਲਾਇਰ ਲੋਸ ਦਾ ਜੌਬ। ਸਟੋਰੀ ਡਿਪਾਰਟਮੈਂਟ ਜਿਹੜੀ ਸੀ ਵਾਊਂਡ ਅਪ ਲਾਇਰ ਲੋਸ ਦਾ ਜੌਬ, ਕਹਿੰਦੇ ਉਹਦੇ ਨਾਲ ਮਤਲਬ ਕਿ ਉਹਦੀ ਜੌਬ ਆ ਜਿਹੜੀ ਉਹ ਵੀ ਚਲੀ ਗਈ ਸੀ। ਫੇਵਰਟ ਹੰਟ ਫॉर ਪੋਇਟਸ, ਜਿਹੜਾ ਜੈਮਨਾਈ ਸਟੂਡੀਓ ਆ ਉਹ ਪੋਇਟਸ ਦੇ ਲਈ ਵੀ ਖਿੱਚ ਦਾ ਕਾਰਨ ਸੀ। ਕਿਵੇਂ ਸੀਗਾ ਵੀ ਜੈਮਨਾਈ ਸਟੂਡੀਓ ਦੇ ਵਿੱਚ ਬਹੁਤ ਸਾਰੇ ਪੋਇਟਸ ਆਉਂਦੇ ਸੀ ਤਾਂ ਜੋ ਆਪਣੀ ਜਿਹੜੀ ਪੋਇਟਰੀ ਵਗੈਰਾ ਡਰਾਮਾਜ਼ ਨੇ ਉਹ ਦਿਖਾ ਸਕਣ, ਲੋਕਾਂ ਨੂੰ ਪੋਇਟਰੀ ਸੁਣਾ ਸਕਣ। ਮੋਸਟ ਪੀਪਲ ਵੋਰ ਖਾਦੀ, ਉੱਥੇ ਬਹੁਤ ਸਾਰੇ ਲੋਕ ਜਿਹੜੇ ਸੀ ਖਾਦੀ ਪਾਉਂਦੇ ਸੀ। ਵਰਸ਼ਿਪ ਗਾਂਧੀ ਨੂੰ ਫੋਲੋ ਕਰਦੇ ਸੀ। ਨਿਊ ਨਥਿੰਗ ਅਬਾਊਟ, ਪਰ ਉਹਨਾਂ ਨੂੰ ਪੋਲੀਟਿਕਸ ਬਾਰੇ ਕੁਛ ਨਹੀਂ ਪਤਾ ਸੀ। ਸਿਰਫ ਉਹਨਾਂ ਨੂੰ ਕਾਹਦੇ ਬਾਰੇ ਪਤਾ ਸੀ, ਫਿਲਮ ਮੇਕਿੰਗ ਵਗੈਰਾ ਵੀ ਕੀ ਹੋਣਾ, ਮੇਕਅਪ ਕਿੱਦਾਂ ਕਰਨਾ, ਇਹੋ ਜਿਹਾ ਕੁਛ ਬਹੁਤ ਪਤਾ ਸੀਗਾ। ਅਗੇਂਸਟ ਕਮਿਊਨਿਜ਼ਮ, ਬਿਲੀਵ ਦੈਟ ਕਮਿਊਨਿਸਟ ਵਾਜ਼ ਅ ਗੋਡਲੈਸ ਮੈਨ। ਕਹਿੰਦੇ ਇਹ ਕਮਿਊਨਿਜ਼ਮ ਦੇ ਇੱਕ ਖਿਲਾਫ ਆਵਾਜ਼ ਚੱਲ ਰਹੀ ਸੀ ਉਸ ਟਾਈਮ। ਉਹ ਕਿਹਾ ਗਿਆ ਸੀ ਕਮਿਊਨਿਸਟ ਵਾਜ਼ ਅ ਗੋਡਲੈਸ, ਜਿਹੜੇ ਕਮਿਊਨਿਸਟ ਲੋਕ ਨੇ ਉਹ ਕੀ ਨੇ, ਵੀ ਪਰਮਾਤਮਾ ਦੇ ਦੁਆਰਾ ਭੇਜੇ ਹੋਏ ਵਿਅਕਤੀ ਨਹੀਂ ਹੈਗੇ। ਵੀ ਇਹ ਕਮਿਊਨਲਿਜ਼ਮ ਦਾ ਮਤਲਬ ਮੈਂ ਤੁਹਾਨੂੰ ਉਹ ਥੋੜ੍ਹਾ ਜਿਹਾ ਆਈਡੀਆ ਦੇ ਦਿੰਦੀ ਹਾਂ ਵੀ ਕਮਿਊਨਲਿਜ਼ਮ ਹੁੰਦਾ ਕੀ। ਕਮਿਊਨਲਿਜ਼ਮ ਦਾ ਮਤਲਬ ਹੁੰਦਾ ਵੀ ਸਾਰੇ ਵਿਅਕਤੀ ਨੇ ਜਿਹੜੇ ਸੋਸਾਇਟੀ ਦੇ ਸਾਰੇ ਲੋਕ ਨੇ ਬਰਾਬਰ ਨੇ। ਪਰ ਕਈ ਦੇਸ਼ਾਂ ਦੇ ਵਿੱਚ ਕਮਿਊਨਲਿਜ਼ਮ ਦੇ ਖਿਲਾਫ ਜਿਹੜੀ ਆਵਾਜ਼ ਚੱਲ ਰਹੀ ਸੀ। ਜਿਹੜੇ ਉਹ ਸੀਗੇ ਜੈਮਨਾਈ ਸਟੂਡੀਓ ਦੇ ਲੋਕ ਸੀ ਉਹ ਕਮਿਊਨਲਿਜ਼ਮ ਦੇ ਫੇਵਰ ਦੇ ਵਿੱਚ ਸੀ। ਉਹ ਕਹਿੰਦੇ ਸੀਗੇ ਵੀ ਹਾਂ ਐਵੇਂ ਹੋਣਾ ਚਾਹੀਦਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ 'ਚ ਅਲੱਗ-ਅਲੱਗ ਸਟੇਟਸ ਦੇ ਲੋਕ ਜਿਹੜੇ ਸੀਗੇ ਉਹ ਕੰਮ ਕਰਦੇ ਸੀ, ਨੈਸ਼ਨਲ ਇੰਟੀਗ੍ਰੇਸ਼ਨ ਸੀਗਾ ਉੱਥੇ, ਇਸ ਕਰਕੇ ਉਹ ਕਮਿਊਨਲਿਜ਼ਮ ਦੇ ਫੇਵਰ ਸੀ। ਪਰ ਬਾਕੀ ਦੇਸ਼ਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਕਮਿਊਨਲਿਜ਼ਮ ਦੇ ਖਿਲਾਫ ਆਵਾਜ਼ ਚੱਲ ਰਹੀ ਸੀਗੀ, ਵੀ ਮੂਵਮੈਂਟ ਚੱਲ ਰਹੀ ਸੀ। ਇੱਕ ਕਹਿੰਦੇ ਉੱਥੇ ਨਾ ਇੱਕ ਪਰਸਨ ਆਏ ਸੀ। ਇਹ ਵਾਰਮ ਵੈਲਕਮ ਵਾਜ਼ ਅਕੋਰਡਡ ਟੂ ਦਾ ਮੋਰਲ ਰੀਆਰਮੈਂਟ ਆਰਮੀ ਬਾਏ ਜੈਮਨਾਈ ਸਟੂਡੀਓ। ਇੱਕ ਰੀਆਰਮੈਂਟ ਆਰਮੀ ਆਈ ਸੀਗੀ ਜੈਮਨਾਈ ਸਟੂਡੀਓ ਦੇ ਵਿੱਚ, ਉਹਨਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਸੀਗਾ ਕਿ ਇਹਨਾਂ ਨੇ ਜੈਮਨਾਈ ਸਟੂਡੀਓ ਦੇ ਲੋਕਾਂ ਨੇ। ਅਤੇ ਦੇ ਪ੍ਰੈਜ਼ੈਂਟਡ 2 ਪਲੇਜ਼ ਜੋਰਥਨ ਵੈਲੀ ਐਂਡ ਦਾ ਫੋਰਗੇਟਨ ਫੈਕਟਰ। ਉਹਨਾਂ ਨੇ 2 ਪਲੇ ਕੀਤੇ ਸੀਗੇ ਜਿਹਦਾ ਨਾਂ ਸੀ ਜੋਰਥਨ ਵੈਲੀ ਅਤੇ ਫੋਰਗੇਟਨ ਫੈਕਟਰ, ਵਿਚ ਹੈਡ ਅ ਗ੍ਰੇਟ ਇਨਫਲੂਐਂਸ ਔਨ ਤਾਮਿਲ ਡਰਾਮਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਸੀ ਤਾਮਿਲ ਡਰਾਮਾ ਦੇ ਉੱਤੇ। ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਕੀ ਸੀਗੀ ਰੀਆਰਮੈਂਟ ਆਰਮੀ ਆ ਜਿਹੜੀ ਇੰਪੋਰਟੈਂਟ, ਇਹਦੇ 'ਤੇ ਕੁਐਸਚਨ ਵੀ ਆਉਂਦਾ ਹੁੰਦਾ ਵੀ ਕੀ ਸੀਗੀ ਰੀਆਰਮੈਂਟ ਜਿਹੜੀ ਆਰਮੀ ਸੀਗੀ। ਉਹ ਐਂਟੀ ਕਮਿਊਨਲਿਜ਼ਮ ਸੀਗੀ ਅਤੇ ਉਹ ਜੈਮਨਾਈ ਸਟੂਡੀਓ ਦੇ ਵਿੱਚ ਆਈ ਸੀ। ਉਹਨਾਂ ਨੂੰ ਲੱਗਦਾ ਸੀ ਵੀ ਜੈਮਨਾਈ ਸਟੂਡੀਓ ਦੇ ਵਿੱਚ ਮਤਲਬ ਕਿ ਬਹੁਤ ਉਹਦਾ ਨਾਂ ਚੱਲਦਾ ਆ, ਫੇਮਸ ਆ, ਇਸ ਕਰਕੇ ਆਪਾਂ ਉੱਥੇ ਜਾਂਦੇ ਹਾਂ, ਉੱਥੇ ਜਾ ਕੇ ਪਲੇ ਬਣਾਉਂਦੇ ਹਾਂ, ਪਲੇ ਦੇ ਥਰੂ ਲੋਕਾਂ ਨੂੰ ਐਂਟੀ ਕਮਿਊਨਲਿਜ਼ਮ ਦੇ ਬਾਰੇ ਜਾਣਕਾਰੀ ਦੇਵਾਂਗੇ। ਪਰ ਜਿਹੜਾ SS ਵਾਟਸਨ ਸੀਗਾ ਉਹਨੂੰ ਨਹੀਂ ਪਤਾ ਸੀਗਾ ਵੀ ਇਹ ਐਂਟੀ ਕਮਿਊਨਲਿਜ਼ਮ ਦੇ ਉੱਤੇ ਆਪਣੇ ਪਲੇ ਬਣਾਉਣਾ। ਜਦੋਂ ਉਹਨਾਂ ਨੇ ਪਲੇ ਬਣਾ ਲਏ, ਮਤਲਬ ਕਿ ਫਿਰ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਤਾਂ ਐਂਟੀ ਕਮਿਊਨਲਿਜ਼ਮ ਦੇ ਬਾਰੇ ਵੀ ਮੇਰੇ ਉਹਦੇ ਵਿੱਚ ਆ ਕੇ ਜੈਮਨਾਈ ਸਟੂਡੀਓ ਦੇ ਵਿੱਚ ਆ ਕੇ ਇਹ ਤਾਂ ਪਲੇ ਬਣਾ ਕੇ ਚਲੇ ਗਏ ਅਤੇ ਮੈਨੂੰ ਇਹਨਾਂ ਨੇ ਪਾਗਲ ਬਣਾਤਾ। ਅਤੇ MRA ਵਾਜ਼ ਅ ਸਟਰੋਂਗ ਕਾਊਂਟਰ ਮੂਵਮੈਂਟ ਅਗੇਂਸਟ ਆ ਕਮਿਊਨਲਿਜ਼ਮ। ਉਹੀ ਦੱਸਿਆ ਹੋਇਆ ਜਿਹੜੀ MRA ਸੀਗੀ, MRA ਰੀਆਰਮੈਂਟ ਆਰਮੀ ਜਿਹੜੀ ਸੀਗੀ ਇਹ ਕੀ ਸੀਗੀ, ਸਟਰੋਂਗ ਕਾਊਂਟਰ ਮੂਵਮੈਂਟ ਮਤਲਬ ਕਿ ਇੱਕ ਲਹਿਰ ਸੀਗੀ ਜਿਹੜੀ ਕਿ ਕਮਿਊਨਲਿਜ਼ਮ ਦੇ ਖਿਲਾਫ ਸੀ। ਜੈਮਨਾਈ ਸਟੂਡੀਓ ਗੇਨ ਗੌਟ ਐਨ ਅਪਰਚੂਨਿਟੀ, ਜੈਮਨਾਈ ਸਟੂਡੀਓ ਦੇ ਵਿੱਚ ਇੱਕ ਹੋਰ ਉਹਨਾਂ ਨੂੰ ਮੌਕਾ ਮਿਲਿਆ ਸੀ। ਵੈਲਕਮ ਐਨ ਇੰਗਲਿਸ਼ ਪੋਇਟ ਔਰ ਐਨ ਐਡੀਟਰ, ਇੱਕ ਇੰਗਲਿਸ਼ ਪੋਇਟ ਆਏ ਸੀ ਉਹਨਾਂ ਦੇ ਸਟੂਡੀਓ ਦੇ ਵਿੱਚ, ਐਡੀਟਰ ਸੀ। ਬਟ ਦਾ ਪੀਪਲ ਆਫ ਜੈਮਨਾਈ ਸਟੂਡੀਓ, ਪਰ ਜਿਹੜੇ ਜੈਮਨਾਈ ਸਟੂਡੀਓ ਦੇ ਲੋਕ ਸੀ ਕੁਡ ਨਾਟ ਕੰਪਰੀਹੈਂਡ ਐਂਡ ਪਰਪਸ ਵੈਲ ਐਜ਼ ਲੈਂਗੁਏਜ ਆਫ ਦਾ ਪੋਇਟ ਔਰ ਐਡੀਟਰ। ਸੋ ਹੀ
ਹਿਸ ਵਿਜ਼ਿਟ ਵਾਜ਼ ਅ ਮਿਸਟਰੀ। ਕਹਿੰਦੇ ਉਹਨਾਂ ਨੂੰ ਲੱਗਿਆ ਵੀ ਪਹਿਲਾਂ ਵੀ ਸਾਨੂੰ ਇੱਕ ਪਰਸਨ ਆਏ ਸੀਗੇ, ਜਿਵੇਂ MRI ਲੋਕ ਆਏ ਸੀਗੇ, ਉਹ ਸਾਨੂੰ ਪਾਗਲ ਬਣਾ ਕੇ ਚਲੇ ਗਏ ਸੀ। ਹੋ ਸਕਦਾ ਜਿਹੜਾ ਇੰਗਲਿਸ਼ ਪੋਇਟ ਆ ਉਹ ਵੀ ਇੱਦਾਂ ਦਾ ਹੀ ਹੋਵੇ। ਇਸ ਕਰਕੇ ਉਹਨਾਂ ਨੇ ਜਦੋਂ ਉਹ ਸਪੀਚ ਦੇਣ ਲੱਗ ਗਿਆ ਨਾ, ਮਤਲਬ ਕਿ ਬਹੁਤ ਅੱਛਾ ਪੋਇਟ ਸੀ, ਇੰਗਲਿਸ਼ ਦਾ ਪੋਇਟ ਸੀਗਾ, ਉਹਦਾ ਨਾਂ ਹੈਗਾ ਆ ਸਪੈਂਡਰ। ਅਤੇ ਬਾਅਦ ਵਿੱਚ ਮੈਨੂੰ ਲੱਗਦਾ ਇਹਦੇ ਵਿੱਚ ਹੋਏਗਾ। ਅਤੇ ਉਹਨਾਂ ਮਤਲਬ ਕਿ ਉਹ ਆਇਆ ਸੀਗਾ, ਉਹਨੇ ਸਪੀਚ ਵਗੈਰਾ ਦਿੱਤੀ ਸੀ, ਪਰ ਜਿਹੜੇ ਲੋਕ ਸੀ ਉੱਥੋਂ ਦੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਵੀ ਇਹ ਕੀ ਕਹਿ ਰਿਹਾ, ਇਹਦੀ ਭਾਸ਼ਾ ਨਹੀਂ ਸਮਝ ਲੱਗੀ। ਇਸ ਕਰਕੇ ਵਿਚਾਰਾ ਉਹ ਮਤਲਬ ਕਿ ਜਿਹੜੇ ਕੰਮ ਲਈ ਆਇਆ ਸੀ ਉਹਦਾ ਪੂਰਾ ਹੀ ਨਹੀਂ ਹੋਇਆ ਉਹ। ਇਸ ਕਰਕੇ ਉਹਦੀ ਜਿਹੜੀ ਵਿਜ਼ਿਟ ਸੀ, ਉਹਦਾ ਆਉਣਾ ਸੀ, ਇੱਕ ਮਿਸਟਰੀ ਬਣ ਗਿਆ। ਮਿਸਟਰੀ ਦਾ ਮਤਲਬ ਹੁੰਦਾ ਇੱਕ ਰਹੱਸ ਬਣ ਗਿਆ ਵੀ ਉਹ ਕਾਹਦੇ ਲਈ ਆਇਆ ਸੀ, ਸਾਨੂੰ ਕੀ ਦੱਸਣ ਆਇਆ ਸੀ। ਲੈਟਰ ਔਨ ਕਹਿੰਦੇ ਕਾਫੀ ਟਾਈਮ ਬਾਅਦ ਹੀ ਕਮ ਟੂ ਨੋ, ਜਿਹੜਾ ਵਾਸਨ ਆ ਉਹਨੂੰ ਪਤਾ ਲੱਗਦਾ ਦੈਟ ਦਾ ਵਿਜ਼ਿਟਰ ਵਾਜ਼ ਅ ਐਡੀਟਰ ਆਫ ਦਾ ਇਨਕਾਊਂਟਰ। ਜਿਹੜਾ ਵਿਜ਼ਿਟਰ ਸੀਗਾ ਉਹ ਤਾਂ ਇੱਕ ਬਹੁਤ ਵਧੀਆ ਬੁੱਕ ਦਾ ਉਹਦਾ ਨਾਂ ਇਨਕਾਊਂਟਰ ਆ, ਮਤਲਬ ਕਿ ਇੱਕ ਪਬਲਿਸ਼ ਹੁੰਦਾ ਸੀ ਇੰਗਲੈਂਡ ਦੇ ਵਿੱਚ ਵੀ। ਉਹਦਾ ਤਾਂ ਉਹ ਇੱਕ ਪੀਰੀਓਡਿਕ ਆ, ਇਹ ਉਹਦਾ ਐਡੀਟਰ ਹੈ। ਤਾਂ ਹਿਜ਼ ਨੇਮ ਵਾਜ਼ ਦਾ ਸਟੈਫਨ ਸਪੈਂਡਰ। ਉਹਦਾ ਨਾਂ ਕੀ ਸੀ? ਸਟੈਫਨ ਸਪੈਂਡਰ ਸੀਗਾ। The God That Failed was a collection of 60 essay by 6 men of letters including Spender। ਇੱਕ ਵਾਰ ਉਹ ਕੀ ਕਰਦਾ, ਮਤਲਬ ਕਿ ਇਹਦੇ ਵਿੱਚ ਵੀ ਇੱਦਾਂ ਆ, ਇਹਨਾਂ ਨੇ ਬਰੀਫ ਜਿਹਾ ਦੱਸਿਆ ਹੋਇਆ ਵਾ। ਇੱਕ ਵਾਰ ਉਹ ਇੱਕ ਮਤਲਬ ਕਿ ਬਾਹਰ ਜਾਂਦਾ ਆ, ਇੱਕ ਰੋਡ ਦੇ ਉੱਤੇ ਦੇਖਦਾ ਵਾ ਕਾਫੀ ਜਿਹੜੀਆਂ ਵਧੀਆ ਬੁੱਕਸ ਨੇ, ਉਹਦੀਆਂ ਕਾਪੀਜ਼ ਵਿਕ ਰਹੀਆਂ ਸੀ ਸਸਤੇ ਭਾਅ ਦੇ ਉੱਤੇ। ਅਤੇ ਉਹ ਦੇਖਦਾ ਵਾ, ਬਹੁਤ ਸੋਹਣੀਆਂ ਬੁੱਕਸ ਸੀਗੀਆਂ ਉਹ ਦੇਖਦਾ, ਉਹ 'ਚ ਬਹੁਤ ਸਾਰੇ ਐਸੇ ਨੇ, ਬਹੁਤ ਸਾਰੇ ਲੋਕ ਨੇ, ਮਤਲਬ ਕਿ ਰਾਈਟਰਸ ਨੇ, ਉਹਨਾਂ ਦੇ ਐਸੇ ਵਗੈਰਾ ਲਿਖੇ ਹੋਏ ਨੇ। ਉਹਦੇ ਵਿੱਚ ਇੱਕ ਨਾਂ ਹੋਰ ਪੜ੍ਹਦਾ ਉਹ, ਅਤੇ ਧਿਆਨ ਹੈਰਾਨ ਹੋ ਜਾਂਦਾ। ਉਹਦਾ ਨਾਂ ਹੁੰਦਾ ਵਾ ਵਿੱਚ ਸਪੈਸਨ ਸਪੈਂਡਰ। ਉਹਦੇ ਵਿੱਚ ਦੀਜ਼ ਐਸੇ ਡਿਸਕ੍ਰਾਈਬ ਸੈਪਰੇਟਲੀ ਦੇਅਰ ਜਰਨੀ ਟੂ ਦਾ ਕਮਿਊਨਲਿਜ਼ਮ। ਇਹ ਐਸੇ ਕਿਹਦੇ ਬਾਰੇ ਸੀਗੇ? ਕਹਿੰਦੇ ਉਹਦੀ ਜਰਨੀ, ਮਤਲਬ ਕਿ ਉਹਨੇ ਯਾਤਰਾਵਾਂ ਜਿਹੜੀਆਂ ਕੀਤੀਆਂ ਸੀਗੀਆਂ ਕਮਿਊਨਲਿਜ਼ਮ ਦਾ ਵਿਸਥਾਰ ਕਰਨ ਦੇ ਲਈ, ਉਹਦੇ ਬਾਰੇ ਸੀਗੀਆਂ। ਐਂਡ ਦਾ ਡਿਸਇਲੂਜ਼ਨ ਰਿਟਰਨ ਮਿਸਟਰੀ ਵਾਜ਼ ਸੋਲਵਡ। ਅਤੇ ਜਿਹੜੇ ਇਹਦੇ ਵਿੱਚ ਜਿਹੜੀ ਹੁੰਦਾ ਨਾ ਵੀ ਉਹ ਜਿਹੜਾ ਕੀ ਕਰਨ ਆਇਆ ਸੀ, ਪੋਇਟ ਕੀ ਕਰਨ ਆਇਆ ਸੀਗਾ ਉੱਥੇ ਜੈਮਨਾਈ ਸਟੂਡੀਓ ਦੇ ਵਿੱਚ, ਇਹਦੀ ਮਿਸਟਰੀ ਆ ਜਿਹੜੀ ਉਹ ਸੋਲਵ ਹੋ ਜਾਂਦੀ ਆ। ਇਹ ਸਾਨੂੰ ਰਾਈਟਰ ਦੱਸਦਾ ਵੀ ਐਂਡ ਦੇ ਵਿੱਚ ਜਿਹੜੀ ਮਿਸਟਰੀ ਆ ਉਹ ਸੋਲਵ ਹੋ ਜਾਂਦੀ ਆ। It's your summary of the chapter.